Hello everyone, welcome to Man Ma'am classes. I am your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE Board English Reader Class 5 book is Vibrant English Reader 5. Lesson number 5 Fagin and the Artful Dodger. एक ना नावल दे करैक्टर है. नावल है ओलिवर ट्विस्ट जो लिखा है चार्ल्स डिकेंस ने. ਇਹ ਜਿਹੜਾ ਹੈ ਅੰਗਰੇਜ਼ੀ ਦਾ ਨਾਵਲਕਾਰ ਸੀਗਾ ਤੇ ਉਹਨੇ ਨਾ ਨਾਵਲ ਇੱਕ ਕਹਾਣੀ ਨੂੰ ਬਹੁਤ ਵੱਡਾ ਕਰਕੇ ਵੱਡੀ ਬੁੱਕ 'ਚ ਲਿਖਿਆ ਹੁੰਦਾ ਹੈ ਨਾ. ਵੱਡੀ ਕਹਾਣੀ ਜਿਹਨਾਂ ਤੇ ਮੂਵੀਜ਼ ਵੀ ਬਣਦੀਆਂ ਨੇ. ਫਾਗਿਨ ਐਂਡ ਆਰਟਫੁਲ ਡੌਜਰ ਇਹ ਦੋ ਕਰੈਕਟਰ ਇਸ ਕਹਾਣੀ ਦੇ ਔਰ ਇਹਨਾਂ ਦੇ ਨਾਮ ਤੇ ਇਹ ਚੈਪਟਰ ਬਣ ਗਿਆ. ਵੈਸੇ ਜੋ ਮੇਨ ਨਾਵਲ ਹੈ ਉਹਦਾ ਨਾਮ ਹੈ ਓਲੀਵਰ ट्विस्ट और ओलिवर ट्विस्ट नाम ਦੀ ਬਹੁਤ ਸਾਰੀ ਮੂਵੀਜ਼ ਵੀ ਬਣੀਆਂ ਨੇ. सो आप स्टोरी पढ़नी शुरू करते हैं. ओलिवर ट्विस्ट इज अ पॉपुलर नॉवेल रिटन बाय चार्ल्स डिकेंस, वन ऑफ द ग्रेटेस्ट इंग्लिश नॉवेलिस्ट ऑफ ऑल टाइम. जो ओलिवर ट्विस्ट है वो एक बहुत ही फेमस नावल है जो कि चार्ल्स डिकेंस ने लिखा हुआ है और चार्ल्स डिकेंस ही इंग्लिश नावलकार है, बहुत ही फेमस. इट इज द स्टोरी ऑफ अ लोनली मिजरेबल स्टार्विंग ऑर्फन नेम्ड ओलिवर. सो ये ਜਿਹੜਾ ਨੋਵਲ ਹੈ ਇਹ ਇੱਕ ਸਟੋਰੀ ਹੈ ओलिवर ਨਾਮ ਦੇ ਮੁੰਡੇ ਦੀ ਜੋ ਕਿ ਕੱਲਾ ਹੈ, ਉਹਦੇ ਨਾਲ ਕੋਈ ਨਹੀਂ ਹੈ, ਬਹੁਤ ਹੀ ਬੁਰੇ ਹਾਲਾਤ 'ਚ ਆ, ਭੁੱਖਾ ਮਰ ਰਿਹਾ ਹੈ ਤੇ ਅਨਾਥ ਹੈ. He was born in a workhouse where his mother died while giving birth to him. Workhouse ਕੀ ਹੁੰਦਾ ਹੈ? ਜਿੱਥੇ ਲੋਕੀ ਰਹਿੰਦੇ ਆ ਤੇ ਕੰਮ ਕਰਦੇ ਆ. ਇਹੋ ਜੀ ਜਗ੍ਹਾ ਜਿੱਥੇ ਗਰੀਬ ਲੋਕ ਰਹਿੰਦੇ ਆ ਤੇ ਕੰਮ ਕਰਦੇ ਆ. ਸੋ ਉਹਦੀ ਮੰਮੀ ਵੀ ਉੱਥੇ ਰਹਿੰਦੀ ਸੀ ਤੇ ਉੱਥੇ ਉਹਦੀ ਮੰਮੀ ਨੇ ਉਹਨੂੰ ਜਨਮ ਦਿੱਤਾ ਤੇ ਜਦੋਂ ਜਨਮ ਦਿੱਤਾ ਤੇ ਉਦੋਂ ਉਹਦੀ ਡੈਥ ਹੋ ਗਈ. In the 19th century in England, workhouses were places in which poor homeless people were forced to live. 19th century ਚ ਮਤਲਬ ਆਪਾਂ ਕਹਿ ਲੋ ਕਿ 2000 ਤੋਂ ਪਹਿਲੇ ਨੇ ਆਪਾਂ ਲਿਖਦੇ ਕਿ 2026 ਮਤਲਬ ਆਪਾਂ ਕੀ ਹੈ 21st century ਚ ਰਹਿ ਰਹੇ ਹਾਂ. ਇੱਥੇ ਕਿਹੜੀ ਗੱਲ ਹੋ ਰਹੀ ਹੈ? ਇਹ ਚ ਹੋ ਰਹੀ ਹੈ 1900 ਦੀ. 1930 to 1936 ਦੇ ਵਿੱਚ ਇਹ ਨਾਵਲ ਲਿਖਿਆ ਗਿਆ ਸੀ, ਇਸ ਕਰਕੇ ਇਹਨੂੰ 19th century. ਔਰ ਹਾਂ ਇਹ ਸਪੈਸ਼ਲ ਨਾਵਲ ਜੋ ਲਿਖਿਆ ਗਿਆ ਸੀਗਾ ਨਾ ਉਸ ਸਮੇਂ ਜੋ ਵਰਕ ਹਾਊਸਿਸ ਸੀਗੇ ਮਤਲਬ ਜਿੱਥੇ ਗਰੀਬ ਲੋਕ ਰਹਿੰਦੇ ਸੀ ਉੱਥੇ ਉਹਨਾਂ ਨਾਲ ਕਿੱਦਾਂ ਦਾ ਵਿਵਹਾਰ ਕੀਤਾ ਜਾਂਦਾ ਸੀ. ਉਹ ਜਿਹੜੇ ਕਾਨੂੰਨ ਬਣੇ ਸੀ ਕਿ ਜਿਸ ਬੱਚੇ ਦਾ ਕੋਈ ਮਾਂ-ਬਾਪ ਨਹੀਂ ਹੈ ਉਹਨੂੰ ਕਿੱਦਾਂ ਸੰਭਿਆ ਜਾਣਾ ਹੈ, ਉਸ ਕਾਨੂੰਨ ਦੀ ਬਹੁਤ ਉਲੰਘਣਾ ਹੁੰਦੀ ਸੀ. ਇਸ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਦੱਸਣ ਵਾਸਤੇ ਚਾਰਲਸ ਡਿਕਨਸ ਨੇ ਇਹ ਨਾਵਲ ਲਿਖਿਆ ਸੀਗਾ. ਸੋ ਇਹਦੇ ਵਿੱਚ ਕੀ ਹੈ ਕਿ ਜਦੋਂ 19th century 'ਚ ਇੰਗਲੈਂਡ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਜੇ ਗਰੀਬ ਜਿਨ੍ਹਾਂ ਦਾ ਘਰ ਨਹੀਂ ਹੈ ਉਹ ਸਾਰੇ ਲੋਕਾਂ ਨੂੰ ਵਰਕ ਹਾਊਸਿਸ 'ਚ ਰੱਖਿਆ ਜਾਂਦਾ ਸੀ, ਜਿੱਥੇ ਉਹ ਖਾਂਦੇ ਸੀ, ਉੱਥੇ ਹੀ ਰਹਿੰਦੇ ਸੀ, ਉੱਥੇ ਹੀ ਕੰਮ ਕਰਦੇ ਸੀ. When he was 9 years old, Oliver was sold to a man and forced to work by him. ਜਦੋਂ 9 ਸਾਲਾਂ ਦਾ ਹੋਇਆ ਤਾਂ ਉਹਨੂੰ ਇੱਕ ਬੰਦੇ ਨੂੰ ਵੇਚ ਦਿੱਤਾ ਗਿਆ ਤੇ ਉਹਨੇ ਉਤੋਂ ਜ਼ਬਰਦਸਤੀ ਕੰਮ ਕਰਾਇਆ, ਮਤਲਬ ਚਾਈਲਡ ਲੇਬਰ ਕਰਾਈ. He escaped from there and decided to find his way to London. ਉਹ ਉਥੋਂ ਭੱਜ ਗਿਆ ਤੇ ਫਿਰ ਉਹਨੇ ਲੰਡਨ ਜਾਣ ਦਾ ਰਸਤਾ ਲੱਭਿਆ. ਜਿਸ ਸਿਟੀ 'ਚ ਉਹ ਰਹਿੰਦਾ ਸੀ ਉੱਥੋਂ ਕੀ ਕੀਤਾ ਉਹਨੇ, ਉਹ ਉੱਥੋਂ ਭੱਜ ਗਿਆ ਤੇ ਉਹਨੇ ਫਿਰ ਲੰਡਨ ਜਾਣ ਦਾ ਫੈਸਲਾ ਕੀਤਾ. He had no money, so he had to walk. ਉਹਦੇ ਕੋਲ ਪੈਸਾ ਨਹੀਂ ਸੀ, ਇਸ ਕਰਕੇ ਉਹਨੂੰ ਤੁਰਨਾ ਪਿਆ. ਤੁਰ ਕੇ ਉਹਨੇ ਸੋਚਿਆ ਕਿ ਮੈਂ ਲੰਡਨ ਚਲਾ ਜਾਊਂਗਾ. One of the morning of the 7th day, he limped into a small town where he met. ਆਪਣੇ ਭੱਜਣ ਤੋਂ 7ਵੇਂ ਦਿਨ ਸਵੇਰੇ ਉਹ ਲੰਗੜਾਉਂਦਾ ਹੋਇਆ ਇੱਕ ਜਗ੍ਹਾ ਤੇ ਪਹੁੰਚਿਆ ਜਿੱਥੇ ਉਹ ਮਿਲਿਆ. ਕਿਹਨੂੰ ਮਿਲਿਆ? One of the cutest looking boy he had ever seen. ਇਹੋ ਜਿਹਾ ਭੱਦਾ ਜਿਹਾ ਦਿਖਣ ਵਾਲਾ, ਅਜੀਬ ਦਿਖਣ ਵਾਲਾ ਮੁੰਡਾ ਜਿਹੜਾ ਉਹਨੇ ਪਹਿਲੇ ਕਦੀ ਨਹੀਂ ਦੇਖਿਆ ਸੀ. ਇਹੋ ਜਿਹੇ ਮੁੰਡੇ ਨੂੰ ਮਿਲਿਆ, ਉਹਦੇ ਨਾਲ ਮੁਲਾਕਾਤ ਹੋਈ. He was short and had sharp, ugly little eyes. ਉਹ ਛੋਟੇ ਕੱਦ ਦਾ ਸੀ ਤੇ ਉਹਦੀਆਂ ਤਿੱਖੀਆਂ ਤੇ ਭੱਦੀਆਂ ਅੱਖਾਂ ਸੀਗੀਆਂ, ਮਤਲਬ ਉਹ ਸੋਹਣਾ ਨਹੀਂ ਸੀ. He wore a large hat on his head and a men's coat that reached almost his heels. ਤੇ ਉਹਨੇ ਸਿਰ ਤੇ ਹੈਟ ਪਾਈ ਹੋਈ ਸੀ ਤੇ ਇੱਕ ਆਦਮੀ ਦਾ ਕੋਟ ਪਾਇਆ ਹੋਇਆ ਸੀ ਜੋ ਕਿ ਉਹਦੇ ਪੈਰਾਂ ਤੱਕ ਜਾਂਦਾ ਸੀ. ਉਹਦੀ ਲੁੱਕ ਇਸ ਤਰ੍ਹਾਂ ਦੀ ਸੀ. ਉਹਨੇ ਉੱਪਰ ਹੈਟ ਪਾਈ ਹੋਈ ਸੀ, ਕੱਦਾ ਛੋਟਾ ਸੀ, ਅੱਖਾਂ ਵਗੈਰਾ ਸਾਰੀਆਂ ਭੱਦੀਆਂ ਸੀ ਤੇ ਉਹਨੇ ਇੱਕ ਕੋਟ ਪਾਇਆ ਹੋਇਆ ਸੀ ਜੋ ਕਿ ਉਹਦੇ ਪੈਰਾਂ ਤੱਕ ਜਾ ਰਿਹਾ ਸੀ, ਹੀਲ ਤੱਕ ਜਾ ਰਿਹਾ ਸੀਗਾ. He walked up to Oliver and said, "Going to London?" ਉਹ Oliver ਤੱਕ ਆਇਆ ਤੇ ਉਹਨੇ ਪੁੱਛਿਆ, ਲੰਡਨ ਜਾ ਰਹੇ ਹੋ? Oliver ਨੇ ਜਵਾਬ ਦਿੱਤਾ, "Yes," said Oliver. ਹਾਂ, ਲੰਡਨ ਜਾ ਰਹੇ ਹਾਂ. Got a place to stay? ਫਿਰ ਉਹਨੇ ਪੁੱਛਿਆ ਕਿ ਤੈਨੂੰ ਸੌਣ ਵਾਸਤੇ ਜਗ੍ਹਾ ਮਿਲ ਗਈ, ਰਹਿਣ ਵਾਸਤੇ ਜਗ੍ਹਾ ਹੈਗੀ ਤੇਰੇ ਕੋਲ? No, said Oliver. Oliver ਨੇ ਜਵਾਬ ਦਿੱਤਾ ਕਿ ਨਹੀਂ, ਮੇਰੇ ਕੋਲ ਸੌਣ ਦੀ ਜਗ੍ਹਾ ਨਹੀਂ ਹੈ, ਰਹਿਣ ਦੀ ਜਗ੍ਹਾ ਨਹੀਂ ਹੈ. Money? asked the boy.
लड़के ने पूछा पैसा है? नो, रिप्लाइड ओलिवर। ओलिवर ने जवाब दिता ना, पैसा भी नहीं है। डू यू लिव इन लंडन? आस्क्ड ओलिवर। फिर ओलिवर ने पूछा कि तू ही लंदन च रहंदे हो? यस आई डू, द बॉय सेड। मुंडे ने कहा हाँ, मैं लंदन च रहंदा। आई सपोज यू वांट सम प्लेस टू स्लीप टुनाइट, डोंट यू? मैंने पूछा कि ਮੈਨੂੰ ਲੱਗਦਾ ਹੈ ਕਿ ਤੈਨੂੰ ਸੌਣ ਲਈ ਕੋਈ ਥਾਂ ਚਾਹੀਦੀ ਹੈ, ਹੈ ਨਾ? ਜਦੋਂ ਆਪਾਂ ਇੱਧਰ डोंट यू मींस है ना, तेन सोने ਲਈ जगह चाहिए है ना? आई रियली डू सेड ओलिवर। ओलिवर ने कहा हाँ, मैनू चाहिए, बिल्कुल मैनू सोने ਲਈ जगह चाहिए है। आई नो अ रिस्पेक्टेबल ओल्ड जेंटलमैन हु लिव्स इन लंडन। मैं एक इज्जतदार, रिस्पेक्टेबल जिहदी इज्जत की जावे, ओल्ड बुजुर्ग, जेंटलमैन जिहदा व्यवहार बहुत अच्छा होवे, कि मैं एक बहुत ही अच्छा व्यवहार करने वाले सत्कारयोग बुजुर्ग नू जानदा हां जो कि लंदन विच रहिंदा है। ही विल लेट यू स्टे इन हिज हाउस। ओ तेनू अपने घर विच रहन देवेगा। माय नेम इज जैक डॉकिंस। मेरा नाम जैक डॉकिंस है। ऑल माय फ्रेंड्स कॉल मी अ आर्टफुल डॉजर। मैनू सारे दोस्त आर्टफुल डॉजर कहंदे हन। आर्टफुल मतलब कि जो कनिंग होवे, डॉजर जो कि लोकां नू लुੱਟਦਾ होवे, धोखा दिंदा होवे, कि बहुत ही चलाक लुटेरा पिक पॉकेटर टाइप मुंडा सीगा, इस करके सारे दोस्त इहनू आर्टफुल डॉजर कहंदे सी। It was nearly 11 o'clock when they reached the city. तकरीबन रात ਦੇ 11 ਵਜ ਗਏ ਸੀਗੇ ਜਦੋਂ ਸ਼ਹਿਰ ਪੁੱਜੇ। As they walked through the narrow streets, ਜਦ ਉਹ ਕੀ ਕਰ ਰਹੇ ਸੀਗੇ ਕਿ narrow street ਚੋਂ ਪਤਲੀਆਂ ਗਲੀਆਂ ਚੋਂ ਲੰਘ ਰਹੇ ਸੀ, Oliver found that it was one of the dirtiest places he had ever seen. ਉਹਨੇ ਜਦੋਂ ਤੰਗ ਗਲੀਆਂ ਚੋਂ ਨਿਕਲ ਰਹੇ ਸੀ, ਇੱਥੇ ਕੌਮਾ ਆਣਾ ਸੀਗਾ, ਤੰਗ ਗਲੀਆਂ ਚੋਂ ਨਿਕਲ ਸੀ, ਓਲੀਵਰ ਨੂੰ मतलब लग गया कि यार जिन्नियां मैं जगह देखी है, ये सब तो गंदी जगह है। The air was filled with the smell of garbage. जो हवा सी ओ गंद ना, कूड़े ना भरी हुई सी। Screaming children were crawling in and out of the doors. चीखते हुए बच्चे कदी कमरियां चों बाहर आ रहे सी, दरवाजियां तो कदी अंदर जा रहे सी, मतलब अंदर बाहर हो रहे सी। He was just wondering whether he should run away when Jack caught him by the arm and pushed him inside a dark passage. ਜਦੋਂ ਇਹ ਸਾਰਾ ਕੁਝ ਦੇਖ ਕੇ ਉਹ ਸੋਚ ਰਿਹਾ ਸੀਗਾ ਕਿ ਯਾਰ ਇਹ ਕਿੱਦਾਂ ਦੀ ਜਗ੍ਹਾ ਹੈ, ਮੈਨੂੰ ਤੇ ਇੱਥੋਂ ਭੱਜਣਾ ਚਾਹੀਦਾ ਹੈ। ਉਦੋਂ ਹੀ ਜੋ ਜੈਕ ਸੀ, ਜੋ ਆਰਟਫੁਲ ਡੌਜ਼ਰ, ਉਹਨੇ ਉਹਦਾ ਹੱਥ ਫੜਿਆ ਤੇ ਉਹਨੂੰ ਇੱਕ ਗਹਿਰੀ ਪੈਸੇਜ ਦੇ ਵਿੱਚ ਲੈ ਕੇ ਚਲਾ ਗਿਆ, ਉਹਨੂੰ ਹਨੇਰੇ ਵਿੱਚ ਧੱਕ ਦਿੱਤਾ। The dodger led Oliver up some broken steps into a small room. ਡੌਜਰ ਉਹਨੂੰ ਇੱਕ ਟੁੱਟੀਆਂ ਹੋਈਆਂ ਪੌੜੀਆਂ ਤੋਂ ਇੱਕ ਛੋਟੇ ਜਿਹੇ ਕਮਰੇ 'ਚ ਲੈ ਕੇ ਗਿਆ। The room was dark and dirty. ਕਮਰਾ ਬਹੁਤ ਹੀ ਹਨੇਰੇ ਵਾਲਾ ਤੇ ਗੰਦਾ ਸੀ। ਕਮਰੇ 'ਚ ਮਤਲਬ ਹਨੇਰਾ ਸੀ ਤੇ ਗੰਦਾ ਕਮਰਾ ਸੀ। In front of the fire sat an old shriveled and wearing a greasy gown. Shriveled man मतलब ਕਿ ਜੋ ਕਿ ਜਿਹਦੇ ਚਿਹਰੇ ਤੇ ਝੁਰੜੀਆਂ ਹੁੰਦੀਆਂ ਨੇ, ਉਹ ਹੁੰਦਾ ਸ਼੍ਰੀਵਲਡ ਮੈਨ। ਉਹਨੇ ਦੇਖਿਆ ਕਿ ਜਿਹੜਾ ਫਾਇਰ ਨੇ, ਫਾਇਰ ਦੀ ਅੱਗੇ ਇੱਕ ਇਹੋ ਜਿਹਾ ਬੰਦਾ ਬੈਠਾ ਜਿਹਦੇ ਮੂੰਹ ਤੇ ਝੁਰੜੀਆਂ ਨੇ, ਬੁੱਢਾ ਹੈ ਤੇ ਬਹੁਤ ਹੀ ਉਹਨੇ ਗੰਦਾ ਜਿਹਾ ਗਾਊਨ ਪਾਇਆ ਹੋਇਆ ਹੈ। His face was horrible and had dirty red hair and a beard. ਕਿ ਉਹਦੇ ਜਿਹੜਾ ਫੇਸ ਸੀਗਾ ਬਹੁਤ ਹੀ ਡਰਾਵਣਾ ਸੀ ਤੇ ਡਰਾਵਣਾ ਹੋਣ ਦੇ ਨਾਲ ਉਹਦੀ ਜਿਹੜੀ ਸਿਰ ਦੇ ਤੇ ਜਿਹੜੀ ਦਾੜੀ ਦੇ ਵਾਲ ਸੀ ਉਹ ਰੈੱਡ ਸੀਗੇ। There were some other boys in the room as well. ਉੱਥੇ ਕਮਰੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੜਕੇ ਬੈਠੇ ਹੋਏ ਸੀਗੇ। Several beds made from sacks were placed side by side on the floor. ਜ਼ਮੀਨ ਦੇ ਉੱਤੇ ਬੋਰੀਆਂ ਨਾਲ ਬਣੇ ਹੋਏ, ਸੈਕ ਕੀ ਹੁੰਦੇ? ਬੋਰੀਆਂ ਜਿਸ ਵਿੱਚ ਚਾਵਲ ਕਣਕ ਵਗੈਰਾ ਰੱਖੀ ਜਾਂਦੀ ਹੈ ਨਾ, ਇਹਨੂੰ ਕਹਿੰਦੇ ਸੈਕ। ਇਹ ਜਿਹੜਾ ਬੋਰੀਆਂ ਦਾ ਕੱਪੜਾ ਹੈ, ਇਹਦੇ ਜ਼ਮੀਨ ਤੇ ਬਣਾ ਕੇ ਬੈੱਡ ਰੱਖੇ ਹੋਏ ਸੀਗੇ। ਉੱਥੇ ਇੱਕ ਤੋਂ ਬਾਅਦ ਇੱਕ, ਨਾਲ ਦੀ ਨਾਲ ਸਾਰੇ ਬੈੱਡ ਰੱਖੇ ਹੋਏ ਸੀ। ਉੱਥੇ ਬਹੁਤ ਸਾਰੇ ਮੁੰਡੇ ਵੀ ਕਮਰੇ 'ਚ ਸੀ। Fagin, this is my friend Oliver Twist, said the Dodger. Dodger ਨੇ ਕਿਹਾ, Fagin, ਇਹ ਮੇਰਾ ਦੋਸਤ ਹੈ Oliver Twist. The old man grinned and made a low bow to Oliver. Grinned मतलब ਕਿ ਇਦਾਂ ਮੂੰਹ ਖੋਲ ਕੇ ਹੱਸਣਾ, ਜਿਹੜੀ ਕਨਿੰਗ ਜੀ ਮੁਸਕਰਾਹਟ ਹੁੰਦੀ ਹੈ ਨਾ, ਕਨਿੰਗ ਜਾਂ ਹਾਸਾ ਹੋਣਾ, ਉਹਨੇ ਮੁਸਕਰਾਇਆ ਤੇ ਉਹਦੇ ਵੱਲ ਬੋ ਮਤਲਬ ਬੋ ਡਾਊਨ ਕੀਤਾ, ਮਤਲਬ ਕਿ ਉਹਦਾ ਸਵਾਗਤ ਕੀਤਾ। He took him by the hand and said that he hoped they would be good friends. ਉਹਦੇ ਨਾਲ ਹੱਥ ਮਿਲਾਇਆ ਤੇ ਉਹਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਪਾਂ ਅੱਛੇ ਦੋਸਤ ਬਣਾਂਗੇ। The other boys came up one by one to shake his hand. ਬਾਕੀ ਮੁੰਡੇ ਵੀ ਕੀ ਵਾਰੀ ਸਿਰ ਇੱਕ ਇੱਕ ਕਰਕੇ ਆਏ ਤੇ Oliver Twist ਨਾਲ ਹੱਥ ਮਿਲਾਇਆ। Then they all sat down to have supper. ਤੇ ਫਿਰ ਉਹ ਰਾਤ ਦਾ ਖਾਣਾ ਖਾਣ ਲਈ ਸਾਰੇ ਬੈਠ ਗਏ।
Oliver soon sank into a deep sleep. Oliver ਜਿਹੜਾ ਜਲਦੀ ਹੀ ਗਹਿਰੀ ਨੀਂਦ ਵਿੱਚ ਚਲਾ ਗਿਆ. It was late next morning when Oliver awoke. ਜਦੋਂ Oliver ਅਗਲੀ ਸਵੇਰ ਨੂੰ ਉੱਠਿਆ ਉਦੋਂ ਕਾਫੀ ਦੇਰ ਹੋ ਚੁੱਕੀ ਸੀ. Feeling rather drowsy, he lay there quietly. ਚਾਹੇ ਕਿ ਉਹਨੂੰ ਨਾ ਮਤਲਬ ਵਧੀਆ ਨਹੀਂ ਲੱਗ ਰਿਹਾ ਸੀਗਾ, ਪਰ ਉਹ ਕੀ ਹੈ ਫਿਰ ਵੀ ਉੱਥੇ ਸੁੱਤਾ ਰਿਹਾ. ਡਰਾਊਜ਼ੀ ਮੀਨਸ ਕਿ ਥੱਕਿਆ, ਵੋਮਿਟਿੰਗ ਟਾਈਪ, ਚੱਕਰ ਜਾਣੇ ਉਸ ਤਰੀਕੇ ਨਾਲ ਤੇ ਉੱਥੇ ਲੇਟਿਆ ਰਿਹਾ. There was no one in the room but Fagin. ਕਮਰੇ 'ਚ ਹੋਰ ਕੋਈ ਨਹੀਂ ਸੀ Fagin ਤੋਂ ਇਲਾਵਾ. He was whistling while boiling some coffee in a saucepan. ਇੱਕ ਪਤੀਲੇ ਦੇ ਵਿੱਚ ਕਾਫੀ ਉਬਾਲ ਰਿਹਾ ਸੀ Fagin ਤੇ ਨਾਲ ਉਹ whistling ਕਰ ਰਿਹਾ ਸੀ, ਸੀਟੀ ਮਾਰ ਰਿਹਾ ਸੀ ਜਦੋਂ ਕਾਫੀ ਬਣਾ ਰਿਹਾ ਸੀ. When the coffee was ready, Fagin looked around the room carefully. ਜਦੋਂ ਕਾਫੀ ਬਣ ਗਈ ਤਾਂ Fagin ਨੇ ਕੀ ਕੀਤਾ, ਕਮਰੇ ਨੂੰ ਧਿਆਨ ਨਾਲ ਦੇਖਿਆ. He thought Oliver was asleep. ਉਹਨੇ ਸੋਚਿਆ ਕਿ Oliver ਹਜੇ ਸੁੱਤਾ ਹੋਇਆ ਹੈ. He opened a trap door on the floor and took out a small box. Trap door ਮਤਲਬ ਕੋਈ ਲੁਕਿਆ ਹੋਇਆ ਦਰਵਾਜ਼ਾ, ਜਿਸ ਤਰ੍ਹਾਂ ਕਿ ਫਲੋਰ 'ਚ ਬਣਿਆ ਹੁੰਦਾ ਹੈ. ਇਸੇ ਤਰ੍ਹਾਂ ਉਹਨੇ ਇੱਕ ਟਰੈਪ ਡੋਰ ਖੋਲਿਆ, ਲੁਕਿਆ ਹੋਇਆ ਦਰਵਾਜ਼ਾ, ਤੇ ਉਹਦੇ 'ਚੋਂ ਇੱਕ ਬਾਕਸ ਕੱਢਿਆ. He placed the box on the table and opened it. ਉਹਨੇ ਉਹ ਬਾਕਸ ਟੇਬਲ ਦੇ ਉੱਤੇ ਰੱਖਿਆ ਤੇ ਫਿਰ ਉਹਨੂੰ ਖੋਲਿਆ. He took out a magnificent gold watch stud with jewels. ਉਹਨੇ ਇੱਕ ਬਹੁਤ ਹੀ ਜ਼ਿਆਦਾ ਸੋਹਣੀ ਮਹਿੰਗੀ ਜੀ ਸੋਨੇ ਦੀ ਘੜੀ ਕੱਢੀ ਜੋ ਕਿ ਹੀਰਿਆਂ ਨਾਲ ਜੜੀ ਹੋਈ ਸੀ. ਸਟਡ ਮੀਨਸ ਕਿ ਹੀਰਿਆਂ ਨਾਲ ਜਾਂ ਹੋਰ ਕੀਮਤੀ ਪੱਥਰਾਂ ਨਾਲ ਜੜੀ ਹੋਈ. He took out a few more watches, rings, brooch, bracelets and other expensive pieces of jewelry and looked at them in glee. ਉਹਨੇ ਹੋਰ ਵੀ ਬਹੁਤ ਸਾਰੀ ਘੜੀਆਂ, ਅੰਗੂਠੀਆਂ, brooches ਜੋ ਕਿ ਕੋਟ ਤੇ ਲੱਗਦੇ ਆ ਜਾਂ ਸਾੜੀ ਤੇ ਲੱਗਦੇ ਆ, ਬ੍ਰੈਸਲੇਟ ਜੋ ਹੱਥ 'ਚ ਪਾਏ ਜਾਂਦੇ ਆ, ਤੇ ਹੋਰ ਵੀ ਬਹੁਤ ਜ਼ਿਆਦਾ ਮਹਿੰਗੀ ਜੁਐਲਰੀ ਦੇ ਪੀਸ ਕੱਢੇ ਤੇ ਉਹਨਾਂ ਨੂੰ ਲਲਚਾਈਆਂ ਨਿਗਾਹਾਂ ਨਾਲ ਦੇਖਿਆ. Suddenly his sharp dark eyes fell on Oliver who was now sitting up. ਅਚਾਨਕ ਹੀ ਉਹਦੀਆਂ ਫੈਲੀਆਂ ਹੋਈਆਂ ਤਿੱਖੀਆਂ ਨਜ਼ਰਾਂ Oliver ਤੇ ਆਈਆਂ ਜੋ ਕਿ Oliver ਬੈਠਾ ਹੋਇਆ ਸੀ. ਉਹਨੇ ਦੇਖਿਆ ਕਿ Oliver ਬੈਠਾ ਹੋਇਆ ਹੈ. Fagin picked up a knife and walked angrily up to Oliver. Fagin ਨੇ ਇੱਕ ਚਾਕੂ ਚੱਕਿਆ ਤੇ ਉਹ ਗੁੱਸੇ ਨਾਲ Oliver ਵੱਲ ਆਇਆ. What have you seen, boy? ਤੂੰ ਕੀ ਦੇਖਿਆ ਮੁੰਡੇ? If you don't speak up, I will kill you. He barked. ਉਹ ਚੀਖਦੇ ਹੋਏ ਬੋਲਿਆ ਕਿ ਜੇ ਤੂੰ ਨਾ ਦੱਸਿਆ ਤਾਂ ਮੈਂ ਤੈਨੂੰ ਮਾਰ ਦਵਾਂਗਾ. I'm sorry if I have disturbed you, sir. ਮੈਨੂੰ ਮਾਫ ਕਰੋ ਜੇ ਮੈਂ ਤੁਹਾਨੂੰ ਡਿਸਟਰਬ ਕੀਤਾ ਹੈ ਸ਼੍ਰੀਮਾਨ ਜੀ. Replied Oliver, trembling. ਕੰਬਦੇ ਹੋਏ Oliver ਨੇ ਜਵਾਬ ਦਿੱਤਾ, ਕੰਬਦੇ ਹੋਏ, ਡਰਦੇ ਹੋਏ. I couldn't sleep any longer. ਮੈਂ ਹੋਰ ਨਹੀਂ ਸੋ ਸਕਦਾ. Were not you awake a little while ago? Asked Fagin. Fagin ਨੇ ਪੁੱਛਿਆ ਕਿ ਤੂੰ ਥੋੜੀ ਦੇਰ ਪਹਿਲੇ ਤੇ ਨਹੀਂ ਜਾਗ ਰਿਹਾ ਸੀ? No sir, I was not, said Oliver. ਨਹੀਂ ਸਰ, ਮੈਂ ਨਹੀਂ ਜਾਗ ਰਿਹਾ ਸੀ, ਮੈਂ ਤਾਂ ਸੁੱਤਾ ਹੋਇਆ ਸੀ. Fagin looked at him uneasily and then laughed. ਥੋੜਾ uneasy ਤਰੀਕੇ ਨਾਲ Fagin ਨੇ Oliver ਵੱਲ ਦੇਖਿਆ ਤੇ ਫਿਰ ਹੱਸਣ ਲੱਗਿਆ. I was only trying to frighten you. ਮੈਂ ਸਿਰਫ ਤੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ. Tell me, did you see any of these pretty things? ਤੂੰ ਮੈਨੂੰ ਦੱਸ ਕਿ ਤੂੰ ਇਹਨਾਂ ਵਿੱਚੋਂ ਇੰਨੀਆਂ ਸੋਹਣੀਆਂ ਚੀਜ਼ਾਂ ਦੇਖੀਆਂ ਨੇ? Yes sir, said Oliver. Oliver ਨੇ ਕਿਹਾ ਕਿ ਹਾਂ, ਮੈਂ ਸਾਰੀਆਂ ਤੇਰੀਆਂ ਸੋਹਣੀਆਂ ਚੀਜ਼ਾਂ ਦੇਖ ਲਈਆਂ ਨੇ. Fagin turned a bit pale and then said, bit pale ਮਤਲਬ ਕਿ ਥੋੜਾ ਜਿਹਾ ਪੀਲਾ ਪੈ ਜਾਣਾ, ਇੱਕਦਮ ਥੋੜਾ ਜਿਹਾ ਘਬਰਾ ਜਾਣਾ. Fagin ਪਹਿਲੇ ਥੋੜਾ ਜਿਹਾ ਘਬਰਾ ਗਿਆ ਤੇ ਫਿਰ ਉਹਨੇ ਕਿਹਾ, they are mine. ਇਹ ਮੇਰੀਆਂ ਨੇ Oliver. Oliver, ਇਹ ਸਾਰੀਆਂ ਮੇਰੀਆਂ ਨੇ. All I have to live upon in my old age. ਮੈਂ ਆਪਣੀ ਬੁਢਾਪੇ ਵਿੱਚ ਇਹਨਾਂ ਚੀਜ਼ਾਂ ਦੇ ਸਿਰ ਤੇ ਹੀ ਜਿੰਦਾ ਰਵਾਂਗਾ. People call me a miser, you know. ਕਿ ਤੈਨੂੰ ਪਤਾ ਹੈ ਕਿ ਲੋਕ ਮੈਨੂੰ ਕੰਜੂਸ ਕਹਿੰਦੇ ਨੇ. Obviously ਦੇਖੋ, ਬੁਢਾਪੇ 'ਚ ਉਹ ਆਲਰੇਡੀ ਹੈਗਾ, ਚੀਜ਼ਾਂ ਫਿਰ ਵੀ ਸੰਭਾਲ ਕੇ ਰੱਖ ਰਿਹਾ, ਉਹਨਾਂ ਨੂੰ ਖਰਚ ਨਹੀਂ ਕਰ ਰਿਹਾ, ਤਾਂ ਉਹ ਮਾਈਜ਼ਰ ਹੀ ਹੋਇਆ. ਮਾਈਜ਼ਰ ਮੀਨਸ ਕੰਜੂਸ. Oliver was not surprised. Oliver ਹੈਰਾਨ ਨਹੀਂ ਹੋਇਆ. Oliver ਨੂੰ ਕੋਈ ਹੈਰਾਨੀ ਨਹੀਂ ਹੋਈ. Fagin must indeed be a miser if he owned expensive things and yet lived in a filthy home and wore such dirty clothes. ਉਹਨੇ ਸੋਚਿਆ ਕਿ Fagin ਜਿਹੜਾ ਉਹ ਸੱਚੀ ਮੁੱਚੀ ਇੱਕ ਕੰਜੂਸ ਹੈ, ਵਰਨਾ ਇੰਨੀ ਐਕਸਪੈਂਸਿਵ ਚੀਜ਼ਾਂ ਹੁੰਦੇ ਹੋਏ ਵੀ ਉਹ ਇੱਕ ਗੰਦੇ ਜਿਹੇ ਘਰ ਦੇ ਵਿੱਚ ਰਹਿੰਦਾ ਹੈ ਤੇ ਗੰਦੇ ਜਿਹੇ ਕੱਪੜੇ ਪਾਉਂਦਾ ਹੈ. May I get up now? asked Oliver. Oliver ਨੇ ਪੁੱਛਿਆ ਕਿ ਕੀ ਮੈਂ ਹੁਣ ਉੱਠ ਜਾਵਾਂ? Certainly. Yes, ਕਿਉਂ ਨਹੀਂ, ਜ਼ਰੂਰ ਉਠੋ. There is a pitcher of water in the corner of you to wash in. ਤੇਰੇ ਜਿੱਥੇ ਤੂੰ ਬੈਠਿਆ ਹੋਇਆ ਉੱਤੇ ਕਾਰਨਰ 'ਚ ਇੱਕ ਘੜਾ ਹੈ ਪਾਣੀ ਦਾ. Pitcher means ਘੜਾ, ਪਾਣੀ ਦਾ ਘੜਾ ਹੈ
ਤਾਂ ਕਿ ਤੂੰ ਆਪਣਾ ਮੂੰਹ ਹੱਥ ਧੋ ਲਵੇਂ। ਗੋ ਹੈਵ ਅ ਵਾਸ਼ ਐਂਡ ਕਮ ਐਂਡ ਹੈਵ ਸਮ ਬ੍ਰੇਕਫਾਸਟ, ਜਾਓ ਹੱਥ ਮੂੰਹ ਧੋ ਕੇ ਆਓ ਤੇ ਫਿਰ ਸਵੇਰ ਦਾ ਨਾਸ਼ਤਾ ਕਰੋ। Oliver had barely washed himself when the artful Dodger arrived with another boy called Charlie Bates। ਜਦੋਂ ਓਲੀਵਰ ਆਪਣਾ ਹੱਥ ਮੂੰਹ ਧੋਣ ਗਿਆ, ਉਹਨੇ ਹਜੇ ਹੱਥ ਮੂੰਹ ਧੋਤਾ ਹੀ ਹੋਏਗਾ ਤੇ ਉਸੇ ਵੇਲੇ ਆਰਟਫੁਲ ਡੋਜਰ ਜੋ ਜੈਕ ਸੀ ਉਹ ਆਪਣੇ ਨਾਲ ਇੱਕ ਹੋਰ ਮੁੰਡੇ ਨੂੰ ਲੈ ਕੇ ਆਇਆ ਜਿਹਦਾ ਨਾਮ ਸੀ ਚਾਰਲੀ ਬੇਟਸ। ਆਫਟਰ ਬ੍ਰੇਕਫਾਸਟ ਓਲੀਵਰ ਵਾਚਡ while Fagin, artful Dodger and Charlie played a strange game। ਜਦੋਂ ਉਹਨੇ ਬ੍ਰੇਕਫਾਸਟ ਕਰ ਲਿਆ ਓਲੀਵਰ ਨੇ ਤੇ ਉਹਨੇ ਦੇਖਿਆ ਕਿ ਫਾਗਿਨ, ਆਰਟਫੁਲ ਡੋਜਰ ਐਂਡ ਚਾਰਲੀ ਆਪਸ ਵਿੱਚ ਕੋਈ ਇੱਕ ਅਜੀਬ ਗੇਮ ਖੇਡ ਰਹੇ ਹਨ। Fagin put a watch, a purse, a spectacle case। spectacle ਕੀ ਹੁੰਦੀ ਹੈ? ਐਨਕਾਂ। और case ਕੀ ਹੁੰਦਾ ਹੈ? ਐਨਕਾਂ ਰੱਖਣ ਵਾਲੀ ਡੱਬੀ। a spectacle case ਮਤਲਬ ਚਸ਼ਮੇਦਾਨੀ ਜਾਂ ਚਸ਼ਮੇ ਵਾਲੀ ਡੱਬੀ। in his pocket। Fagin ਨੇ ਆਪਣੀ ਪਾਕਟ ਦੇ ਵਿੱਚ ਘੜੀ ਰੱਖੀ, ਪਰਸ ਰੱਖਿਆ, ਆਪਣੀ ਜਿਹੜੀ ਚਸ਼ਮੇਦਾਨੀ ਰੱਖੀ। he then pretended to walk about like an old man with a stick। ਉਹ ਇਦਾਂ ਪ੍ਰਟੈਂਡ ਕਰ ਰਿਹਾ ਸੀ, ਦਿਖਾਵਾ ਕਰ ਰਿਹਾ ਸੀ ਕਿ ਉਹ ਇੱਕ ਬਜ਼ੁਰਗ ਆਦਮੀ ਹੈ ਜੋ ਛੜੀ ਨਾਲ ਤੁਰ ਰਿਹਾ ਹੈ। Sometimes he stopped and looked at the door and the fireplace pretending that these were shop window। ਉਹ ਕੀ ਕਰਦਾ ਸੀ? ਥੋੜੀ ਦੇਰ ਬਾਅਦ ਰੁਕਦਾ ਸੀ ਤੇ ਦਰਵਾਜ਼ੇ ਤੇ ਜੋ ਫਾਇਰਪਲੇਸ ਸੀ ਉਹਦੇ ਵੱਲ ਇਦਾਂ ਦੇਖਦਾ ਸੀ ਜਿੱਦਾਂ ਕਿ ਉਹ ਇਦਾਂ ਦਿਖਾ ਰਿਹਾ ਹੋਵੇ ਕਿ ਇਹ ਕੋਈ ਦੁਕਾਨਾਂ ਦੀਆਂ ਖਿੜਕੀਆਂ ਨੇ। ਉਹ ਇਦਾਂ ਪ੍ਰਟੈਂਡ ਕਰ ਰਿਹਾ ਸੀ ਕਿ ਉਹ ਸ਼ਾਪਿੰਗ ਕਰਨ ਆਇਆ ਹੋਇਆ ਹੈ। he looked around as if he was scared of being robbed। ਉਹ ਇਦਾਂ ਵੀ ਦਿਖਾ ਰਿਹਾ ਸੀ ਕਿ ਜਿੱਦਾਂ ਉਹਨੂੰ ਆਪਣੀ ਪਾਕਟ ਦੇ ਵਿੱਚੋਂ ਚੋਰੀ ਹੋਣ ਦਾ ਡਰ ਹੋਵੇ ਕਿ ਕੋਈ ਉਹਨੂੰ ਲੁੱਟ ਨਾ ਲਵੇ। then he walked about again ਤੇ ਫਿਰ ਦੁਬਾਰਾ ਉਹ ਤੁਰਨ ਲੱਗ ਜਾਂਦਾ। the boys followed Fagin but duked out of sight every time the old man turned around। duked out means ਕਿ ਫਟਾਫਟ ਭੱਜ ਜਾਣਾ। boys ਇੱਥੇ ਆਰਟਫੁਲ ਡੋਜਰ ਐਂਡ ਚਾਰਲੀ ਬੇਟ ਸੀਗੇ। ਉਹ ਕੀ ਕਰ ਰਹੇ ਸੀ? ਉਹ ਫਾਗਿਨ ਨੂੰ ਫੋਲੋ ਕਰ ਰਹੇ ਸੀ ਤੇ ਜਿੱਦਾਂ ਹੀ ਉਹ ਆਪਣੇ ਇੱਧਰ ਉੱਧਰ ਦੇਖਣਾ ਸ਼ੁਰੂ ਕਰਦਾ ਸੀ, ਟਰਨ ਅਰਾਊਂਡ ਹੁੰਦਾ ਸੀ, ਉਹ ਫਟਾਫਟ ਸਾਈਡ ਤੇ ਭੱਜ ਜਾਂਦੇ ਸੀ। then the dodger stepped up against him from behind। ਤੇ ਫਿਰ ਡੋਜਰ ਨੇ ਕੀਤਾ ਪਿੱਛੋਂ ਦੀ ਉਹਦੇ ਕੋਲ ਗਿਆ। in a single swift was played many times before they called Olive to join them। ਇਹੀ ਵਾਲੀ ਗੇਮ ਕਿ ਉਹ ਬੁੱਢਾ ਬਣ ਕੇ ਤੁਰਦਾ ਹੈ ਜਿੱਦਾਂ ਉਹ ਸ਼ਾਪਿੰਗ ਕਰ ਰਿਹਾ ਹੈ ਤੇ ਡੋਜਰ ਤੇ ਬੇਟਸ ਜਿਹੜੇ ਆ ਉਹਦੇ ਪਿੱਛੇ ਜਾਂਦੇ, ਕਦੀ ਗਾਇਬ ਹੋ ਜਾਂਦੇ, ਫਿਰ ਉਹਦੇ ਪਿੱਛੇ ਚਲੇ ਜਾਂਦੇ ਤੇ ਉਹਦੀ ਪਾਕਟ ਦੇ ਵਿੱਚੋਂ ਸਮਾਨ ਕੱਢ ਲੈਂਦੇ ਆ। ਇਹ ਗੇਮ ਜਿਹੜੀ ਉਹ ਬਾਰ-ਬਾਰ ਖੇਡੀ ਗਈ ਜਦੋਂ ਤੱਕ ਕਿ ਇਸ ਗੇਮ 'ਚ ਉਹਨਾਂ ਨੇ ਓਲੀਵਰ ਨੂੰ ਨਹੀਂ ਜੁਆਇਨ ਕਰ ਲਿਆ। ਯੂ ਸੀ ਦਿਸ ਹੈਂਡਕਰਚੀਫ ਹੈਂਗਿੰਗ ਆਊਟ ਆਫ ਮਾਈ ਪਾਕਟ ਓਲੀਵਰ। ਓਲੀਵਰ, ਤੈਨੂੰ ਇਹ ਰੁਮਾਲ ਮੇਰੀ ਪਾਕਟ 'ਚੋਂ ਬਾਹਰ ਨਿਕਲਦਾ ਦਿਖ ਰਿਹਾ ਹੈ? ਆਸਕ ਫਾਗਿਨ। ਫਾਗਿਨ ਨੇ ਪੁੱਛਿਆ। see if you can take it out without letting me feel it। ਕੀ ਤੂੰ ਇਹਨੂੰ ਲੈ ਸਕਦਾ ਹੈ ਮੇਰੀ ਜੇਬ ਚੋਂ ਬਿਨਾਂ ਮੈਨੂੰ ਪਤਾ ਲੱਗਿਆ? Oliver drew out the handkerchief। He asked Oliver to take out a purse, a fake diamond pin, a note case and so on। Oliver ਨੇ ਉਹ ਰੁਮਾਲ ਜਿਹੜਾ ਬਾਹਰ ਕੱਢ ਲਿਆ। ਫਿਰ ਓਲੀਵਰ ਨੂੰ ਇੱਕ ਪਰਸ ਜੋ ਉਹਦੀ ਪਾਕਟ 'ਚ ਸੀ, ਇੱਕ ਫੇਕ ਡਾਇਮੰਡ ਪਿਨ ਮਤਲਬ ਨਕਲੀ ਡਾਇਮੰਡ ਵਾਲੀ ਪਿਨ ਕੱਢਣ ਲਈ ਗਿਆ। ਫਿਰ ਨੋਟ ਕੇਸ ਮਤਲਬ ਕਿ ਜੋ ਵਾਲਟ ਹੁੰਦਾ ਜਿਸ 'ਚ ਪੈਸੇ ਰੱਖੇ ਜਾਂਦੇ ਆ, ਵਾਰੀ ਸੀ ਇਹ ਚੀਜ਼ਾਂ ਕੱਢਣ ਲਈ ਕਿਹਾ ਗਿਆ। ਦਿਸ ਵੈਂਟ ਔਨ ਫॉर ਅ ਫਿਊ ਡੇਜ਼। ਇਹ ਕੁਝ ਦਿਨਾਂ ਤੱਕ ਡਰਾਮਾ ਚੱਲਦਾ ਰਿਹਾ। ਇਸੇ ਤਰ੍ਹਾਂ ਦੀ ਗੇਮ ਉਹ ਖੇਡਦੇ ਰਹੇ। One morning, Fagin told Oliver to go with the Dodger and Charlie when they went out। ਇੱਕ ਦਿਨ ਫਾਗਿਨ ਨੇ ਓਲੀਵਰ ਨੂੰ ਕਿਹਾ ਕਿ ਜਦੋਂ ਡੋਜਰ ਤੇ ਚਾਰਲੀ ਬਾਹਰ ਜਾਂਦੇ ਤੇ ਤੂੰ ਵੀ ਨਾਲ ਜਾਇਆ ਕਰ। they walked about slowly। ਉਹ ਬਹੁਤ ਹੌਲੀ ਚੱਲਦੇ ਆ। Oliver wondered what they were supposed to do। ਓਲੀਵਰ ਹੈਰਾਨ ਹੋਇਆ ਕਿ ਉਹ ਕੀ ਕਰ ਰਹੇ ਆ। every now and then Charlie stole some fruits। ਇੱਥੇ ਉੱਥੇ ਚਾਰਲੀ ਕੀ ਕਰਦਾ ਸੀ? ਉਹ ਫਲ ਚੋਰੀ ਕਰ ਲੈਂਦਾ ਸੀ। suddenly the Dodger stopped and pointed at an old man standing at the book stall। ਅਚਾਨਕ ਹੀ ਡੋਜਰ ਰੁਕ ਗਿਆ ਤੇ ਉਹਨੇ ਪੁਆਇੰਟ ਆਊਟ ਕੀਤਾ ਇੱਕ ਆਦਮੀ ਨੂੰ, ਬਜ਼ੁਰਗ ਆਦਮੀ ਨੂੰ ਜੋ ਕਿ ਇੱਕ ਬੁੱਕ ਸਟਾਲ ਦੇ ਬਾਹਰ ਖੜਾ ਸੀ। Do you think he will do it? He whispered to Charlie। ਉਹਨੇ ਚਾਰਲੀ ਦੇ ਕੰਨ 'ਚ ਕਿਹਾ ਕਿ ਕੀ ਇਹ ਠੀਕ ਰਹੇਗਾ? ਇਹ ਜੋ ਬੰਦਾ ਸਾਹਮਣੇ ਖੜਾ ਹੈ ਇਹ ਠੀਕ ਹੈ? he will do it ਕਿ ਹਾਂ ਜੋ ਆਪਣੇ ਕੋਲੇ ਓਲੀਵਰ ਹੈ ਕਿ ਉਹ ਸਾਹਮਣੇ ਉਹ ਬੰਦਾ ਹੈ, ਕੀ ਇਹ ਠੀਕ ਰਹੇਗਾ ਵੀ ਇਹਦੀ ਪਾਕਟ ਮਾਰ ਲਈਏ? ਇਹ ਕਰ ਸਕਦਾ ਹੈ? ਉਹਨੇ ਕਿਹਾ he is perfect। ਜੋ ਸਾਹਮਣੇ ਖੜਾ ਬੰਦਾ ਹੈ ਉਹਦੀ ਪਾਕਟ ਮਾਰਨਾ ਬਿਲਕੁਲ ਸਹੀ ਹੈ। yes he is perfect replied Charlie। Oliver was alarmed to see the Dodger slide his hand into the old man's pocket। Oliver ਨੇ ਇੱਕਦਮ ਹੀ ਦੇਖਿਆ oh my god ਇਹ ਕੀ ਹੋ ਗਿਆ। ਡੋਜਰ ਨੇ ਉਸ ਜੋ ਅਮੀਰ ਆਦਮੀ ਉਹਦੀ ਪਾਕਟ 'ਚ ਹੱਥ ਪਾਇਆ। he pulled out a few things and then ran off
ਰਾਉਂਡ ਦ ਕਾਰਨਰ ਵਿਦ ਚਾਰਲੀ। ਉਹਨੇ ਪਾਕਟ ਚੋਂ ਕੁਝ ਸਮਾਨ ਕੱਢਿਆ ਤੇ ਚਾਰਲੀ ਦੇ ਨਾਲ ਭਜਣਾ ਸ਼ੁਰੂ ਕਰ ਦਿੱਤਾ। In an instant, Oliver understood what the game was all about. ਉਸੇ ਵੇਲੇ ਓਲੀਵਰ ਨੂੰ ਸਮਝ ਆ ਗਿਆ ਕਿ ਉਹ ਜੋ ਆਪਾਂ ਇੰਨੇ ਦਿਨਾਂ ਤੋਂ ਗੇਮ ਖੇਡ ਰਹੇ ਸੀ ਉਹ ਕੀ ਸੀ, ਲੋਕਾਂ ਦੀ ਪਾਕਟ ਮਾਰਨੀ। Confused, he stood there for a moment and then took to his heels. ਉਹ ਕਨਫਿਊਜ਼ ਹੋ ਗਿਆ ਕਿ ਉਹ ਇਹ ਕੀ ਹੋ ਰਿਹਾ ਹੈ, ਮੈਂ ਤਾਂ ਕੁਝ ਹੋਰ ਹੀ ਸਮਝ ਰਿਹਾ ਸੀ, ਇਹ ਤਾਂ ਚੋਰ ਨਿਕਲੇ। ਉਹ ਇਹ ਚ ਕਨਫਿਊਜ਼ ਸੀਗਾ ਤੇ ਜਦੋਂ ਉਹਦੀ ਥੋੜੀ ਸਮਝ ਚ ਆਇਆ, ਪਹਿਲੇ ਤਾਂ ਸਿੱਧਾ ਖੜਾ ਰਿਹਾ, ਫਿਰ ਇੱਕਦਮ ਹੀ ਉਹਨੇ ਭਜਣਾ ਸ਼ੁਰੂ ਕਰ ਦਿੱਤਾ। took to his heels ਮਤਲਬ ਕਿ ਤੇਜ਼ੀ ਨਾਲ ਭਜਣਾ। At that moment the old man felt his pocket and realized that his belongings were missing. ਉਸ ਟਾਈਮ ਕੀ ਹੋਇਆ, ਉਹ ਜਿਹੜਾ ਬਜ਼ੁਰਗ ਬੰਦਾ ਸੀ ਉਹਨੂੰ ਫੀਲ ਹੋ ਗਿਆ ਕਿ ਮੇਰੀ ਪਾਕਟ ਤੇ ਮਾਰੀ ਗਈ ਹੈ, ਮੇਰੀ ਜਿਹੜੀਆਂ ਚੀਜ਼ਾਂ ਆ ਉਹ ਮਿਸਿੰਗ ਹੈਗੀਆਂ ਨੇ। He turned round and saw Oliver running away. ਉਹ ਪਿੱਛੇ ਮੁੜਿਆ ਤੇ ਉਹਨੇ ਦੇਖਿਆ ਕਿ ਓਲੀਵਰ ਭੱਜ ਰਿਹਾ ਹੈ। Stop thief! ਰੋਕੋ, ਚੋਰ ਹੈ! He shouted and ran after him. ਉਹ ਚੀਕਿਆ ਤੇ ਉਹਦੇ ਪਿੱਛੇ ਪਿੱਛੇ ਦੌੜਿਆ। Everyone in the street, including the Dodger and Charlie, ran helter-skelter after the poor boy. ਸਾਰੇ ਹੀ ਲੋਕ ਜੋ ਉਸ ਗਲੀ ਦੇ ਵਿੱਚ ਸੀਗੇ, ਡੌਜਰ ਤੇ ਚਾਰਲੀ ਵੀ ਇੱਧਰ ਉੱਧਰ ਹੈਲਟਰ ਐਂਡ ਸਕੈਲਟਰ ਇੱਧਰ ਉੱਧਰ ਭਜਣਾ ਸ਼ੁਰੂ ਹੋ ਗਏ, ਵਿਚਾਰੇ ਬੱਚੇ ਦੇ ਪਿੱਛੇ ਭਜਣਾ ਸ਼ੁਰੂ ਹੋ ਗਏ। Some hit Oliver and he fell on the pavement. ਕਈਆਂ ਨੇ ਉਹਨੂੰ ਮਾਰਿਆ ਤੇ ਉਹ ਪੇਵਮੈਂਟ ਤੇ ਗਿਰ ਗਿਆ। ਪੇਵਮੈਂਟ ਮਤਲਬ ਕਿ ਜੋ ਫੁੱਟਪਾਥ ਦਾ ਰਸਤਾ ਹੁੰਦਾ ਹੈ ਉਹਦੇ ਤੇ ਗਿਰ ਗਿਆ। A crowd of people gathered round to watch him as he lay there muddy and bleeding from the mouth. ਜਿਹੜੀ ਭੀੜ ਉਹਨੂੰ ਦੇਖਣ ਲਈ ਇਕੱਠਾ ਹੋ ਗਈ ਕਿਉਂਕਿ ਉਹ ਕੀ ਸੀ, ਨੀਚੇ ਚਿੱਕੜ 'ਚ ਪਿਆ ਹੋਇਆ ਸੀ ਤੇ ਉਹਦੇ ਮੂੰਹ 'ਚੋਂ ਖੂਨ ਆ ਰਿਹਾ ਸੀ। ਇੱਥੇ ਇਹ ਕਹਾਣੀ ਆਪਣੇ ਚੈਪਟਰ 'ਚ ਖਤਮ ਹੋ ਜਾਂਦੀ ਹੈ। ਲਿਖਿਆ ਕਿ wouldn't you like to know what happened to Oliver after he was caught? ਕੀ ਤੁਸੀਂ ਨਹੀਂ ਜਾਣਨਾ ਚਾਹੋਗੇ ਕਿ ਓਲੀਵਰ ਨਾਲ ਕੀ ਹੋਇਆ ਜਦੋਂ ਉਹ ਫੜਿਆ ਗਿਆ? Read the story Oliver Twist to find out more about this child who was to face many hardships before he finally find happiness. ਕਿ ਤੁਸੀਂ ਇਹ ਜਾਣਨ ਲਈ ਕਿ ਇਸ ਤੋਂ ਬਾਅਦ ਉਹਦੇ ਨਾਲ ਕੀ ਹੋਇਆ, ਓਲੀਵਰ ਟਵਿਸਟ ਪੜੋ, ਤੁਹਾਨੂੰ ਪਤਾ ਚੱਲੇਗਾ ਕਿ ਉਸ ਬੱਚੇ ਨੇ ਕਿੰਨੀ ਹਾਰਡਸ਼ਿਪ ਦੇਖੀ, ਕਿੰਨਾ ਔਖਾ ਟਾਈਮ ਦੇਖਿਆ ਤੇ ਅਖੀਰ 'ਚ ਉਹਨੂੰ ਹੈਪੀਨੈਸ ਮਿਲੀ। ਅੱਛਾ, ਇੱਥੇ ਤੇ ਖਤਮ ਹੋ ਗਿਆ, ਪਰ ਮੈਨੂੰ ਪੜਿਆ ਜੋ ਬੰਦਾ ਸੀਗਾ ਨਾ ਜਿਹਦੀ ਪਾਕਟ ਲਾਸਟ 'ਚ ਮਾਰੀ ਗਈ, ਉਹਨੇ ਕੀ ਕੀਤਾ, ਜਦੋਂ ਇਹਦੇ ਕੋਲ ਆਇਆ ਉਹਨੂੰ ਸਮਝ ਲੱਗੀ ਕਿ ਨਹੀਂ ਇਹ ਵਿਚਾਰਾ ਭੋਲਾ ਬੱਚਾ ਹੈ, ਇਹ ਚੋਰ ਨਹੀਂ ਹੈਗਾ। ਉਹਨੇ ਕੀ ਕੀਤਾ, ਉਹਨੂੰ ਆਪਣੇ ਨਾਲ ਰੱਖ ਲਿਆ। ਉਹਨੂੰ ਆਪਣੇ ਨਾਲ ਰੱਖ ਲਿਆ ਤੇ ਉਹਨੇ ਕਿਹਾ ਕਿ ਵੀ ਤੈਨੂੰ ਪੜ੍ਹਨਾ ਚਾਹੀਦਾ ਹੈ। ਸੋ ਉਹਨੇ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਇੱਕ ਦਿਨ ਕੀ ਹੋਇਆ ਕਿ ਉਹਨੇ ਨਾ ਕੁਝ ਬੁੱਕਸ ਤੇ ਕੁਝ ਪੈਸੇ ਉਹ ਦੇ ਕੇ ਉਹਨੂੰ ਭੇਜਿਆ ਕਿ ਜਾ ਕੇ ਨਾ ਫਲਾਣੀ ਬੁੱਕ ਸ਼ਾਪ ਤੋਂ ਨਾ ਤੂੰ ਆਹ ਬੁੱਕ ਵਾਪਸ ਕਰਾਈ ਤੇ ਦੂਸਰੀ ਬੁੱਕ ਲੈ ਆਈ ਤੇ ਪੈਸੇ ਦੇ ਦੀ। ਜਦੋਂ ਉਹ ਜਾ ਰਿਹਾ ਸੀ ਉਦੋਂ ਕੀ ਕੀਤਾ, ਇੱਕ ਨੈਂਸੀ ਸੀ ਜੋ ਫਾਗਿਨ ਦੀ ਹੀ ਫਰੈਂਡ, ਉਹਨੇ ਕੀ ਕੀਤਾ, ਇਹਨੂੰ ਦੁਬਾਰਾ ਉਸੇ ਗਰੁੱਪ 'ਚ ਲੈ ਆਂਦਾ। ਇਹ ਬੜੀ ਮੁਸ਼ਕਿਲ ਨਾਲ ਵਾਪਸ ਉਸ ਗਰੁੱਪ 'ਚੋਂ ਨਿਕਲਿਆ। ਜਦੋਂ ਨਿਕਲ ਕੇ ਇਹਨੇ ਇਸ ਬਜ਼ੁਰਗ ਨੂੰ ਲੱਭਣਾ ਸ਼ੁਰੂ ਕੀਤਾ ਤੇ ਉਦੋਂ ਤੱਕ ਇਹ ਵੈਸਟ ਇੰਡੀਜ਼ ਚਲਾ ਗਿਆ ਸੀਗਾ। ਉਸ ਤੋਂ ਬਾਅਦ ਇਹ ਹੋਰ ਲੋਕਾਂ ਨੂੰ ਮਿਲਦਾ ਗਿਆ। ਅਖੀਰ 'ਚ ਕੀ ਹੋਇਆ ਕਿ ਇਹ ਵਾਪਸ ਆਇਆ 올ਡ ਮੈਨ। ਓਲੀਵਰ ਨੇ ਇਹਨੂੰ ਲੱਭਿਆ ਤੇ ਫਿਰ ਉਹਨੇ ਓਲੀਵਰ ਨੂੰ ਅਡਾਪਟ ਕਰ ਲਿਆ ਤੇ ਇਹਦੇ ਨਾਲ ਹੀ ਉਹਨੂੰ ਆਪਣੀ ਮਾਸੀ ਵੀ ਮਿਲ ਗਈ ਸੀ ਤੇ ਆਪਣੇ ਸੈਕੰਡ ਬ੍ਰਦਰ ਕਹਿ ਲੋ ਕਿ ਬ੍ਰਦਰ ਫਰੋਮ ਅਦਰ ਮਦਰ ਪਰ ਫਾਦਰ ਸੇਮ, ਉਹ ਵੀ ਮਿਲ ਗਿਆ ਸੀ। ਫੈਮਿਲੀ ਉਹਦੀ ਕੰਪਲੀਟ ਹੋ ਗਈ ਸੀ। ਕਾਫੀ ਵਧੀਆ ਕਹਾਣੀ ਹੈ, ਅਗਰ ਤੁਸੀਂ ਚਾਹੋ ਤਾਂ ਤੁਸੀਂ ਪੜ੍ਹ ਸਕਦੇ ਹੋ ਇਹਨੂੰ। ਸੋ ਹੁਣ ਨੈਕਸਟ ਕੀ ਸਾਡੇ ਕੋਲ ਵਰਡਸ ਫਰੋਮ ਦ ਲੈਸਨ। ਕਾਫੀ ਜ਼ਿਆਦਾ ਵਰਡ ਮੀਨਿੰਗਸ ਹੈਗੇ ਇਹਦੇ। ਆਪਾਂ ਤਕਰੀਬਨ ਤੇ ਵੈਸੇ ਚੈਪਟਰ 'ਚ ਕੰਪਲੀਟ ਕਰ ਚੁੱਕੇ ਹਾਂ, ਫਿਰ ਵੀ ਆਪਾਂ ਇੱਥੇ ਵੀ ਇਹਨੂੰ ਪੜਾਂਗੇ। ਸੋ ਫਸਟ ਹੈ lonely, alone and in need of company. ਕੋਈ ਇਕੱਲਾ ਬੰਦਾ ਹੋਵੇ ਜਾਂ ਕਿਸੇ ਨੂੰ ਸਾਥੀ ਦੀ ਜ਼ਰੂਰਤ ਹੋਵੇ ਉਹਨੂੰ ਆਪਾਂ ਕਹਿੰਦੇ lonely. Then miserable, sad, unhappy, ਉਦਾਸ ਤੇ ਦੁਖੀ। Starving, very hungry, ਭੁੱਖਾ, ਬਹੁਤ ਜ਼ਿਆਦਾ ਭੁੱਖਾ ਜਾਂ ਭੁੱਖ ਨਾ ਮਰ ਰਿਹਾ ਹੋਵੇ ਜਿਹੜਾ। Orphan, a child whose parents are dead, ਜਿਹਦੇ ਮੰਮੀ ਪਾਪਾ ਮਰ ਗਏ ਹੋਣ ਉਹ orphan ਹੁੰਦਾ ਹੈ। ਅਨਾਥ। Next, workhouse, a building where very poor people were sent to live and given work to do. ਇੱਕ ਇਹੋ ਜਿਹੀ ਬਿਲਡਿੰਗ ਜਿਹਦੇ 'ਚ ਗਰੀਬ ਲੋਕ ਰਹਿੰਦੇ ਤੇ ਉੱਥੇ ਹੀ ਉਹ ਕੰਮ ਵੀ ਕਰਦੇ, ਮਤਲਬ ਰਹਿਣ ਦੀ ਤੇ ਕੰਮ ਕਰਨ ਦੀ ਥਾਂ ਗਰੀਬਾਂ ਦੀ, ਉਹਨੂੰ ਆਪਾਂ ਕਹਿੰਦੇ ਵਰਕ ਹਾਊਸ। ਕਿਊਰੈਸਟ, ਸਟ੍ਰੇਂਜੈਸਟ, ਸਭ ਤੋਂ ਅਜੀਬ, ਉਹਨੂੰ ਆਪਾਂ ਕਹਿੰਦੇ ਆ ਕਿਊਰੈਸਟ, ਕਿਉਂਕਿ EST ਲੱਗਿਆ, 3rd ਡਿਗਰੀ ਲੱਗੀ ਹੋਈ ਹੈ, ਇਸ ਕਰਕੇ ਕੀ ਹੋਏਗਾ, ਸਭ ਤੋਂ ਅਜੀਬ। ਨੈਕਸਟ, ਰਿਸਪੈਕਟੇਬਲ, ਅ ਪਰਸਨ ਹੂ ਇਜ਼ ਰਿਸਪੈਕਟਡ, ਇੱਕ ਇਹੋ ਜਿਹਾ ਬੰਦਾ ਜਿਹਦਾ ਸਤਿਕਾਰ ਕੀਤਾ ਜਾ ਰਿਹਾ ਹੋਵੇ, ਸਤਿਕਾਰਯੋਗ। ਆਰਟਫੁਲ, ਕਲੈਵਰ ਐਟ ਗੈਟਿੰਗ ਵਾਟ ਯੂ ਵਾਂਟ, ਸਮਟਾਈਮਸ ਬਾਈ ਨਾਟ ਟੈਲਿੰਗ ਦ ਟਰੂਥ,
ਚਲਾਕ ਬੰਦਾ, ਚਲਾਕੀ ਨਾਲ ਬਚਣ ਵਾਲਾ ਬੰਦਾ, ਕਿ ਉਹ ਤੁਹਾਨੂੰ ਕੋਈ ਗੱਲ ਦੱਸ ਰਿਹਾ ਪਰ ਪਤਾ ਹੀ ਨਾ ਹੋਵੇ ਕਿ ਹਾਂ ਉਹ ਸੱਚ ਦੱਸ ਰਿਹਾ, ਤੁਹਾਨੂੰ ਲੱਗੇ ਯਾਰ ਇਹ ਤਾਂ ਸੱਚ ਹੈ। Dodger, a cunning person who dishonestly avoids doing something, ਚਲਾਕੀ ਨਾਲ ਬਚਣ ਵਾਲਾ ਬੰਦਾ। ਨੈਕਸਟ ਹੈ ਸਾਡੇ ਕੋਲ garbage, trash, waste from houses, ਕੂੜਾ ਕਰਕਟ ਜੋ ਘਰਾਂ 'ਚ ਨਿਕਲਿਆ ਹੁੰਦਾ ਹੈ। Shriveled, dry and wrinkled, ਜੋ ਮੂੰਹ ਤੇ ਝੁਰੜੀਆਂ ਪਈਆਂ ਹੁੰਦੀਆਂ, ਸਕਿਨ ਸੁੱਕੀ ਹੁੰਦੀ ਉਹਨੂੰ ਕਹਿੰਦੇ ਆਪਾਂ shriveled। Greasy, oily and dirty, ਤੇਲ ਵਰਗਾ ਲੱਗਿਆ ਹੋਵੇ, ਜਿੱਦਾਂ ਕੱਪੜਿਆਂ ਤੇ ਤੇਲ ਲੱਗਿਆ ਹੁੰਦਾ, ਗੰਦੇ ਹੁੰਦੇ ਉਹਨੂੰ greasy clothes ਕਹਿੰਦੇ ਆਪਾਂ। Grinned, smile widely, ਖੁੱਲ ਕੇ ਮੁਸਕਰਾਣਾ, ਜਿਸ ਤਰ੍ਹਾਂ ਮੈਂ ਦਿਖਾਇਆ ਸੀ ਨਾ ਕਿ ਪੂਰਾ ਏਦਾਂ ਮੂੰਹ ਖੋਲ ਕੇ ਹੱਸਣਾ। ਨੈਕਸਟ ਹੈ supper, supper, a light evening meal, a late evening snacks, ਸ਼ਾਮ ਦਾ ਖਾਣਾ। Drowsy, tired and almost asleep, ਬਹੁਤ ਹੀ ਥੱਕਿਆ ਹੋਣਾ, ਨੀਂਦਰਾ ਹੋਣਾ, ਸੁਸਤ ਹੋਣਾ, ਚੱਕਰ ਜੇ ਆਣੇ, ਉਹਨੂੰ ਕਹਿੰਦੇ drowsy। Trap door, a secret door in the floor, ceiling or roof, ਛੱਤ ਦੇ ਵਿੱਚ ਜਾਂ ਫਰਸ਼ ਦੇ ਵਿੱਚ ਜਾਂ ਦੀਵਾਰਾਂ ਦੇ ਵਿੱਚ ਕੋਈ ਛੁਪਿਆ ਹੋਇਆ ਰਸਤਾ, ਗੁਪਤ ਦਰਵਾਜ਼ਾ ਬਣਾਉਣਾ, ਉਹਨੂੰ ਕਹਿੰਦੇ ਆਪਾਂ trap door। Magnificent, grand, splendid, ਸ਼ਾਨਦਾਰ, ਬਹੁਤ ਹੀ ਜ਼ਿਆਦਾ ਸ਼ਾਨੋ ਸ਼ੌਕਤ ਵਾਲਾ। Studded, set with precious stones, ਬਹੁਤ ਹੀ ਕੀਮਤੀ ਪੱਥਰਾਂ ਨਾਲ ਜੜਿਆ ਹੋਣਾ। In glee and delight or great happiness, ਖੁਸ਼ੀ ਦੇ ਵਿੱਚ। Barked, gave orders or asked question in a loud unfriendly way, ਉੱਚੀ ਆਵਾਜ਼ ਵਿੱਚ ਜਾਂ ਦੋਸਤਾਨਾ ਵਿਵਹਾਰ ਨਾ ਰੱਖਦੇ ਹੋਏ ਕੋਈ क्वेश्चन पूछना। Miser, a person who has a lot of money and hates spending it, कोई ਇਹੋ ਜਿਹਾ ਬੰਦਾ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਪਰ ਉਹ ਖਰਚਣ ਤੋਂ ਘਬਰਾਉਂਦਾ ਹੋਵੇ ਜਾਂ ਨਫ਼ਰਤ ਕਰਦਾ ਹੋਵੇ, ਉਹਨੂੰ ਆਪਾਂ ਕਹਿੰਦੇ ਆ ਕੰਜੂਸ। Expensive, costing a lot of money, ਬਹੁਤ ਜ਼ਿਆਦਾ ਮਹਿੰਗਾ। Filthy, very dirty, ਬਹੁਤ ਗੰਦਾ। Pitcher, Pitcher, a large clay container with a small opening and one or two handles, used especially in the past to keep liquids, ਘੜਾ, ਪੁਰਾਣੇ ਜ਼ਮਾਨੇ 'ਚ ਜੋ ਪਾਣੀ ਵਗੈਰਾ ਜਾਂ ਦੁੱਧ ਵਗੈਰਾ ਰੱਖਣ ਲਈ ਜੋ ਭਾਂਡਾ ਯੂਜ਼ ਕੀਤਾ ਜਾਂਦਾ ਸੀ, ਮਿੱਟੀ ਦਾ ਬਣਿਆ ਹੋਇਆ ਘੜਾ, ਅੱਜ ਵੀ ਬਹੁਤੇ ਲੋਕਾਂ ਦੇ ਘਰਾਂ 'ਚ ਘੜੇ ਦਾ ਪਾਣੀ ਪੀਤਾ ਜਾਂਦਾ ਹੈ। Duked, moved head or body downwards to avoid being seen or hit, ਝੁਕ ਗਿਆ, ਝੁਕ ਜਾਣਾ ਜਾਂ ਸਿਰ ਹੇਠਾਂ ਕਰ ਲੈਣਾ ਤਾਂ ਕਿ ਕਿਸੇ ਨੂੰ ਦਿਖੇ ਨਾ ਜਾਂ ਉੱਥੋਂ ਭੱਜ ਲੈਣਾ। Stumbled, swayed and almost, ਲੜਖੜਾਉਣਾ। Swift, quick, ਜਲਦੀ, ਤੇਜ਼ੀ ਨਾਲ, ਫੁਰਤੀਲੇ ਤਰੀਕੇ ਨਾਲ। Fake, false, ਨਕਲੀ। Note case, wallet, ਪੈਸੇ ਰੱਖਣ ਵਾਲਾ ਪਟੂਆ। Took to his heels, ran away very quickly, ਤੇਜ਼ੀ ਨਾਲ ਭੱਜ ਗਿਆ ਕਿਉਂਕਿ ran away। Helter Skelter, in a hurry and a confused manner, ਜਲਦੀ ਵਿੱਚ ਤੇ ਅਫਰਾ ਤਫਰੀ ਵਿੱਚ, ਇੱਧਰ ਉੱਧਰ ਭੱਜਣਾ। Helter and Skelter, ਘਬਰਾਹਟ ਵਿੱਚ ਤੇ ਅਫਰਾ ਤਫਰੀ ਵਿੱਚ। ਵਰਡ ਮੀਨਿੰਗ ਖਤਮ ਹੋ ਗਏ। ਨੈਕਸਟ ਸਾਡੇ ਕੋਲ ਰਨਿੰਗ ਕੰਪਰੀਹੈਂਸ਼ਨ। ਸੋ ਸਾਡੇ ਕੋਲ 21 ਕੁਐਸਚਨ ਸੀਗੇ, ਫਟਾਫਟ ਇਹਨਾਂ ਦੇ ਆਨਸਰ ਦਿੰਦੇ ਆ। ਫਰਸਟ ਹੈ ਸਾਡੇ ਕੋਲ ਹਾਊ ਵਾਸ ਦ ਆਰਟਫੁਲ ਡੋਜਰ ਡਿਸਕ੍ਰਾਈਬਡ, ਜੋ ਆਰਟਫੁਲ ਡੋਜਰ ਜੈਕ ਸੀਗਾ, ਉਹਨੂੰ ਜਿੱਦਾਂ ਉਹ ਓਲੀਵਰ ਨੂੰ ਮਿਲਿਆ ਸੀ ਤੇ ਫਰਸਟ ਉਹਦੀ ਡਿਸਕ੍ਰਿਪਸ਼ਨ ਕੀ ਪੜ੍ਹੀ ਸੀ ਆਪਾਂ, ਉਹ 'ਚ ਪੜ੍ਹਿਆ ਸੀ ਹੀ ਵਾਸ ਅ ਸ਼ਾਰਟ ਬॉय ਵਿਦ ਸ਼ਾਰਪ ਅਗਲੀ ਲਿਟਲ ਆਈਜ਼, ਹੀ ਵੋਰ ਅ ਲਾਰਜ ਹੈਟ ਐਂਡ ਮੈਨਸ ਲੌਂਗ ਕੋਟ, ਉਹਨੇ ਇੱਕ ਉੱਚੀ ਟੋਪੀ ਪਾਈ ਹੋਈ ਸੀ, ਲੰਬਾ ਜਿਹਾ ਕੋਟ ਪਾਇਆ ਹੋਇਆ ਸੀਗਾ ਤੇ ਬਹੁਤ ਹੀ ਉਹਦੀਆਂ ਤਿੱਖੀਆਂ ਤੇ ਭੱਦੀ ਜੀਆਂ ਅੱਖਾਂ ਸੀਗੀਆਂ ਤੇ ਕਦ ਵਜੋਂ ਵੀ ਉਹ ਛੋਟਾ ਸੀ, ਹੈ ਨਾ। ਸੈਕੰਡ ਵਿਚ ਸਿਟੀ were they going to, ਕਿਸ ਸਿਟੀ ਵੱਲ ਜਾ ਰਹੇ ਸੀ ਉਹ ਦੋਨੋਂ, ਉਹ ਜਾ ਰਹੇ ਸੀ ਲੰਡਨ, they were going to London। ਥਰਡ ਹੈ what kind of place did the Dodger take Oliver to, ਕਿਹੋ ਜੀ ਜਗ੍ਹਾ ਤੇ ਜੋ ਡੋਜਰ ਹੈ ਉਹ ਓਲੀਵਰ ਨੂੰ ਲੈ ਕੇ ਗਿਆ, ਕਿਹੋ ਜੀ ਜਗ੍ਹਾ ਸੀ ਉਹ, ਗੰਦੀ ਜੀ ਜਗ੍ਹਾ ਸੀ ਨਾ। ਸਭ ਤੋਂ ਪਹਿਲੇ ਤੇ ਬਹੁਤ ਜ਼ਿਆਦਾ ਗੰਦੀ ਜਗ੍ਹਾ ਸੀਗੀ, ਡਰਟੀ ਸੀਗੀ, ਹਨੇਰਾ ਬਹੁਤ ਸੀਗਾ ਉਸ ਗਲੀ ਵਗੈਰਾ 'ਚ ਜਿੱਥੇ ਕਿ ਫਾਗਿਨ ਰਹਿੰਦਾ ਸੀ। ਸੋ ਆਪਾਂ ਕੀ ਲਿਖਾਂਗੇ, he took Oliver to a dirty and dark house where the Fagin lived। Next, why did Oliver want to run away? ਜੋ ਓਲੀਵਰ ਸੀ ਉਹਦੇ ਨਾਲ ਜਾ ਰਿਹਾ ਸੀਗਾ ਤੇ ਉਹ ਇੱਕਦਮ ਭੱਜਣਾ ਕਿਉਂ ਜਾ ਰਿਹਾ ਸੀ, ਕਿਉਂ ਜਾ ਰਿਹਾ ਸੀ, ਕਿਉਂਕਿ ਉਹ ਜੀ ਗੰਦੀ ਸਰਾਊਂਡਿੰਗ ਤੋਂ ਡਰ ਗਿਆ ਸੀਗਾ ਕਿ ਉੱਥੇ ਜਿਹੜੀ ਹਵਾ ਹੈ ਉਹਦੇ 'ਚ ਕੂੜੇ ਦੀ ਬਦਬੂ ਹੈ, ਬੱਚੇ ਚੀਕਾਂ ਮਾਰਦੇ ਪਏ ਆ। ਉਹਨੇ ਕਦੀ ਵੀ ਇੰਨੀ ਗੰਦੀ ਜਗ੍ਹਾ ਨਹੀਂ ਦੇਖੀ ਸੀ। ਮੰਨ ਲਓ ਵਰਕ ਹਾਊਸ 'ਚ ਵੀ ਰਹਿੰਦਾ ਸੀਗਾ ਤਾਂ ਹੋ ਸਕਦਾ ਉੱਥੇ ਵੀ ਇੰਨੀ ਗੰਦੀ ਜਗ੍ਹਾ ਨਾ ਹੁੰਦੀ ਹੋਵੇ ਤੇ ਉਹ ਇਹ ਗੰਦੀ ਜਗ੍ਹਾ ਤੇ ਨਹੀਂ ਰਹਿਣਾ ਚਾਹੁੰਦਾ ਸੀ, ਇਸ ਕਰਕੇ ਉਹ ਭੱਜਣਾ ਚਾਹੁੰਦਾ ਸੀ। ਸੋ ਲਿਖ ਸਕਦੇ ਆਪਾਂ he was frightened by the dirty surroundings and the strange people there।
फिफ्थ क्वेश्चन है ब्रीफली डिस्क्राइब द रूम इनटू व्हिच द डॉजर टुक ओलिवर। जिस रूम च डॉजर ओलिवर ਨੂੰ लेके गया उस रूम ਨੂੰ डिटेल च डिस्क्राइब करो। ਉਹ किस तरह ਦਾ ਕਮਰਾ ਸੀਗਾ। ਉਹ ਛੋਟਾ ਜਿਹਾ ਕਮਰਾ ਸੀ, ਹਨੇਰੇ ਵਾਲਾ ਕਮਰਾ ਸੀ ਤੇ ਬਹੁਤ ਜ਼ਿਆਦਾ ਡਰਟੀ ਸੀਗਾ ਤੇ ਉਹਦੇ 'ਚ ਬਹੁਤ ਸਾਰੇ ਬੈੱਡ ਲੱਗੇ ਹੋਏ ਸੀ, ਸੈਕ ਦੇ ਬਣੇ ਹੋਏ, ਮਤਲਬ ਜਿਹੜੀ ਬੋਰੀਆਂ ਦੇ ਫਲੋਰ ਤੇ ਵਿਛਾ ਕੇ ਬੈੱਡ ਬਣਾਏ ਹੋਏ ਸੀ। ਸੋ ਆਪਾਂ ਕੀ ਲਿਖਾਂਗੇ, ਇਟ ਵਾਸ ਸਮਾਲ dark dirty room with several beds made with sacks. Who was the old man? जो बुजुर्ग आदमी सी वो कौन सी, वो सी फागिन। The old man was Fagin. सेवेंथ क्वेश्चन है हाउ डिड ही ग्रीट ओलिवर। ओलिवर ਨੂੰ ਉਹਨੇ ਕਿਸ ਤਰ੍ਹਾਂ ਗ੍ਰੀਟ ਕੀਤਾ, ਮਤਲਬ ਉਹਦਾ ਸਵਾਗਤ ਕਿੱਦਾਂ ਕੀਤਾ। ਦੇਖੋ ਪਹਿਲੇ ਤਾਂ ਉਹ ਸਮਾਈਲ ਕੀਤੀ ਉਹਨੇ, ਫਿਰ ਉਹਨੂੰ ਝੁੱਕ ਕੇ ਉਹਦਾ ਸਵਾਗਤ ਕੀਤਾ ਤੇ ਫਿਰ ਉਹਦੇ ਨਾਲ ਹੱਥ ਮਿਲਾ ਕੇ ਕੀ ਕਿਹਾ ਸੀਗਾ ਕਿ ਆਪਾਂ ਅੱਛੇ ਦੋਸਤ ਬਣਾਂਗੇ, ਮਤਲਬ ਉਹਦਾ ਅੱਛਾ ਵੈਲਕਮ ਕੀਤਾ ਸੀ। ਸੋ ਅਸੀਂ ਕਹਿ ਸਕਦੇ ਹਾਂ he smiled, bowed politely, shook Oliver's hand and welcomed him. एट्थ क्वेश्चन है who else was present in the room। ਹੋਰ कौन उस कमरे विच present सी। उत्थे बहुत सारे लड़के present सी, so several other boys were present in the room। नाइन्थ क्वेश्चन है why did Oliver remain lying on his bed even though it was quite late in the morning। बहुत लेट हो गया सी फिर भी जो ओलिवर है वो बेड ते क्यों पिया रहा, ਕਿਉਂਕਿ ਉਹ ਹਜੇ ਵੀ ਡਰਾਊਜ਼ੀ ਫੀਲ ਕਰ ਰਿਹਾ ਸੀ ਤੇ ਉਹ ਕੀ ਕਰ ਰਿਹਾ ਸੀ, ਉਹ ਫਾਗਿਨ ਨੂੰ ਦੇਖ ਵੀ ਰਿਹਾ ਸੀ, ਹੈ ਨਾ। ਆਪਾਂ ਇਹ ਵੀ ਲਿਖ ਸਕਦੇ ਹਾਂ he felt sleepy and drowsy। ਤੁਸੀਂ ਇੱਥੇ ਤੱਕ ਵੀ ਖਤਮ ਕਰ ਸਕਦੇ ਹੋ, ਇਸ ਤੋਂ ਅੱਗੇ ਵੀ ਲੈ ਕੇ ਜਾ ਸਕਦੇ ਹੋ। so he lay quietly and watched Fagin। 10th question ਹੈ how did Fagin threaten Oliver। ਫਾਗਿਨ ਨੇ ਓਲੀਵਰ ਨੂੰ ਕਿੱਦਾਂ ਡਰਾਇਆ। ਕਿੱਦਾਂ ਡਰਾਇਆ ਸੀ, ਉਹਨੇ ਚਾਕੂ ਫੜ ਲਿਆ ਸੀ, ਉਹਦੇ ਵੱਲ ਲੈ ਆਇਆ ਕਿ ਜੇ ਤੂੰ ਕੁਝ ਦੇਖਿਆ ਤਾਂ ਮੈਨੂੰ ਸੱਚ ਸੱਚ ਦੱਸ, ਨਹੀਂ ਤੇ ਮੈਂ ਤੈਨੂੰ ਮਾਰ ਦਵਾਂਗਾ, ਹੈ ਨਾ। ਸੋ ਆਪਾਂ ਲਿਖਾਂਗੇ he picked up a knife and said that he would kill Oliver if he did not tell the truth। ਜੇ ਉਹ ਸੱਚ ਨਹੀਂ ਦੱਸੇਗਾ ਤੇ ਉਹਨੂੰ ਮੈਂ ਮਾਰ ਦਵਾਂਗਾ, ਮਤਲਬ ਉਹ ਮਾਰ ਦੇਵੇਗਾ। 11th question ਹੈ what explanation did Fagin give for his threats। ਫਾਗਿਨ ਨੇ ਆਪਣੇ ਥ੍ਰੈਟਸ, ਮਤਲਬ ਜਿੱਦਾਂ ਉਹ ਚਾਕੂ ਲੈ ਕੇ ਆਇਆ ਤੇ ਉਹਨੂੰ ਡਰਾਇਆ, ਉਹਦੀ ਕੀ ਐਕਸਪਲੇਨੇਸ਼ਨ ਦਿੱਤੀ, ਕੀ ਵਿਵਰਣ ਦਿੱਤਾ ਵੀ ਮੈਂ ਤੈਨੂੰ ਕਿਉਂ ਡਰਾਇਆ, ਕਿਉਂ ਤੇਰੇ ਵੱਲ ਚਾਕੂ ਲੈ ਕੇ ਆਇਆ। ਉਹਨੇ ਕਿਹਾ he said that he was only trying to frighten Oliver। ਉਹਨੇ ਕਿਹਾ ਕਿ ਉਹ ਸਿਰਫ ਡਰਾਉਣਾ ਚਾਹੁੰਦਾ ਸੀ, ਮਤਲਬ ਉਹ ਮਾਰੇਗਾ ਨਹੀਂ, ਉਹ ਸਿਰਫ ਡਰਾਉਣਾ ਚਾਹੁੰਦਾ। what did Fagin tell Oliver about himself। Oliver ਨੂੰ ਫਾਗਿਨ ਨੇ ਆਪਣੇ ਬਾਰੇ ਕੀ ਦੱਸਿਆ। ਉਹਨੇ ਕੀ ਦੱਸਿਆ ਸੀਗਾ ਕਿ ਜੋ ਉਹਦੇ ਕੋਲ ਵੈਲਿਊਏਬਲ ਥਿੰਗਸ ਹੈਗੀਆਂ ਨੇ ਉਹ ਉਹਦੀ ਆਪਣੀ ਪ੍ਰਾਪਰਟੀ ਹੈ ਤੇ ਲੋਕੀ ਉਹਨੂੰ ਕੰਜੂਸ ਕਹਿੰਦੇ ਆ। he said that the valuable things were his property and the people called him miser। ਕੰਜੂਸ ਕਹਿੰਦੇ ਲੋਕ ਉਹਨੂੰ। who was Charlie Bates। Charlie Bates ਕੌਣ ਸੀ। he was one of Fagin's boy and friend of Artful Dodger। ਉਹ ਫਾਗਿਨ ਦਾ ਹੀ ਲੜਕਾ ਸੀ ਤੇ Artful Dodger ਦਾ ਦੋਸਤ ਸੀ। why was Fagin pleased with Oliver। ਫਾਗਿਨ ਓਲੀਵਰ ਤੋਂ ਖੁਸ਼ ਕਿਉਂ ਗਿਆ, ਕਿਉਂਕਿ ਉਹਨੇ ਉਹਦੀ ਪਾਕਟ ਦੇ ਵਿੱਚੋਂ ਰੁਮਾਲ ਤੇ ਹੋਰ ਚੀਜ਼ਾਂ ਕੱਢ ਲਈਆਂ ਸੀ, ਹੈ ਨਾ। Oliver quickly learned how to remove handkerchiefs, purse and other items from pocket without being noticed। ਬਿਨਾਂ ਨਜ਼ਰ ਆਏ ਉਹਨੇ ਪਾਕਟ ਦੇ ਵਿੱਚੋਂ ਇਹ ਚੀਜ਼ਾਂ ਕੱਢਣੀਆਂ ਸਿੱਖ ਲਈਆਂ ਸੀ, ਇਸ ਕਰਕੇ ਫਾਗਿਨ ਖੁਸ਼ ਹੋ ਗਿਆ ਸੀ ਉਤੋਂ। what did Charlie do when they stepped out on the street। ਚਾਰਲੀ ਕੀ ਕਰਦਾ ਸੀ ਜਦੋਂ ਉਹ ਬਾਹਰ ਗਏ, ਚਾਰਲੀ ਕੀ ਕਰਦਾ ਸੀ, ਅਕਸਰ ਫਰੂਟ ਚੋਰੀ ਕਰਦਾ ਸੀ। he occasionally stole fruits। ਉਹ ਫਲ ਚੋਰੀ ਕਰਦਾ ਸੀ। whom did Charlie refer to as perfect। ਚਾਰਲੀ ਨੇ ਕਿਹਨੂੰ ਕਿਹਾ ਸੀ ਕਿ ਇਹ ਪਰਫੈਕਟ, ਇਹ ਬਿਲਕੁਲ ਸਹੀ ਹੈ। ਕਿਹਨੂੰ ਕਿਹਾ ਸੀ, ਉਸ ਬਜ਼ੁਰਗ ਆਦਮੀ ਨੂੰ ਜੋ ਬੁੱਕ ਸ਼ਾਪ ਤੇ ਬਾਹਰ ਖੜਾ ਸੀ। he referred to the old man standing at the book stall as perfect। 17th question what did the Dodger do। Dodger ਨੇ ਕੀ ਕੀਤਾ ਸੀ, ਉਹਨੇ ਸੀਕ੍ਰੀਟਲੀ ਆਪਣਾ ਹੱਥ ਓਲਡ ਮੈਨ ਦੀ ਪਾਕਟ ਚ ਪਾਇਆ ਤੇ ਉਹਦਾ ਸਮਾਨ ਚੋਰੀ ਕਰ ਲਿਆ। he secretly put his hand into the old man's pocket and stole his belongings। 19th question ਹੈ why did Oliver run away। Oliver ਕਿਉਂ ਭੱਜਿਆ। ਉਹਨੇ ਤੇ ਕੁਝ ਕੀਤਾ ਹੀ ਨਹੀਂ ਸੀ, ਪਰ ਉਹ ਕੀ ਸੀਗਾ ਕਿ ਉਹਨੂੰ ਰਿਅਲਾਈਜ਼ ਹੋ ਗਿਆ ਸੀਗਾ ਕਿ ਜਿੰਨਾ ਮੁੰਡਿਆਂ ਨਾਲ ਉਹ ਰਹਿੰਦਾ ਸੀ ਉਹ ਚੋਰ ਹੈ ਤੇ ਉਹ ਡਰ ਗਿਆ ਸੀ। he realized that the boys were thieves and became frightened। why did the old man think that Oliver was the thief। ਉਹ ਜਿਹੜਾ ਬਜ਼ੁਰਗ ਆਦਮੀ ਸੀ ਉਹਨੇ ਕਿਉਂ ਸੋਚਿਆ ਕਿ ਓਲੀਵਰ ਥੀਫ ਹੈ, ਕਿਉਂਕਿ ਪਹਿਲੇ ਉਹ ਭੱਜਿਆ ਨਹੀਂ ਤੇ ਬਾਅਦ ਚ ਉਹ ਭੱਜਣ ਲੱਗ ਗਿਆ। ਜਦੋਂ ਬਜ਼ੁਰਗ ਨੇ ਆਪਣਾ ਪਾਕਟ ਟਟੋਲੀ ਉਹਨੇ ਦੇਖਿਆ ਮੇਰਾ ਸਮਾਨ ਹੈ ਨਹੀਂ ਤੇ ਮੁੜਿਆ, ਉਦੋਂ ਭੱਜਦਾ ਹੋਇਆ ਕੌਣ ਦਿਖਿਆ ਸੀ ਉਹਨੂੰ, ਸਿਰਫ ਓਲੀਵਰ, ਕਿਉਂਕਿ ਉਹਦੇ ਦੋਸਤ ਆਲਰੇਡੀ ਭੱਜ ਚੁੱਕੇ ਸੀਗੇ, ਇਸ ਕਰਕੇ ਉਹਨੇ ਸੋਚਿਆ ਕਿ ਇਹੀ ਚੋਰ ਹੈ। when he discovered the belong, he ਤੇ ਕੌਣ, old man। ਤੁਸੀਂ ਇੱਥੇ ਇਹ ਵੀ ਲਿਖ ਸਕਦੇ ਹੋ when old man discovered।
His belongings were missing. He saw Oliver running away and assumed he had stolen them. 20th question है, what did the people on the street do? ਜੋ ਗਲੀ ਦੇ ਵਿੱਚ ਲੋਕ ਸੀ ਉਹਨਾਂ ਨੇ ਕੀ ਕੀਤਾ ਸੀਗਾ, ਉਹਨਾਂ ਨੇ ਓਲੀਵਰ ਨੂੰ ਚੇਸ ਕੀਤਾ ਜਦੋਂ ਬਜ਼ੁਰਗ ਨੇ ਕਿਹਾ ਕਿ ਚੋਰੇ ਨੂੰ ਰੋਕੋ. They chased Oliver after hearing the old man shout, "Stop, thief!" 21st question, what happened to Oliver after he was hit? ਕੀ ਹੋਇਆ ਸੀ ਜਦੋਂ ਉਹਨੂੰ ਹਿੱਟ ਕੀਤਾ ਗਿਆ ਸੀ? ਉਹ ਪੇਵਮੈਂਟ ਤੇ ਗਿਰ ਗਿਆ, ਜੋ ਤੁਰਨ ਵਾਲਾ ਰਸਤਾ ਸੀ ਉਹਦੇ ਤੇ ਗਿਰ ਗਿਆ, ਚਿੱਕੜ ਜਿੱਥੇ ਪਿਆ ਹੋਇਆ ਸੀ ਤੇ ਉਹਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਤੇ ਲੋਕੀ ਉਹਦੇ ਆਲੇ ਦੁਆਲੇ ਇਕੱਠੇ ਹੋ ਗਏ ਸੀ. He fell onto the pavement and lay there muddy and bleeding from the mouth while a crowd gathered around him. So 21 जो अपने क्वेश्चन सीखे, रनिंग कंप्रीहेंशन आप वो भी कंप्लीट कर ले, वर्ड मीनिंग भी कर ले, स्टोरी भी पढ़ ली. नेक्स्ट क्लास च आप इस चैप्टर दी बैक एक्सरसाइज करांगे ਤੇ ਫਿਰ ਆਪਾਂ ਮਿਲਦੇ ਹਾਂ ਨੈਕਸਟ ਕਲਾਸ 'ਚ. ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ, ਬਾਏ ਬਾਏ.